सूरा सो पहचानिया जो लरै दीन के हेत। पुरजा पुरजा कट मरै कहूँ न छाड़ै खेत। श्री नानक पद पंकज बंदन पद पंकज बंदना। सिमरो अंगद दोख निकंदना। अमरदास गुर हृदय त्यावो हृदय त्यावो। श्री गुरु रामदास गुण गावो। श्री अर्जन विघ्नन के नाशक विघ्नन के नाशक। हर गोबिंद शुभ सुमत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। तेग बहादुर परम कृपाला जी परम कृपाला। श्री गुरु गोबिंद सिंह विसाला। तरों तरा पर पुन पुन सीसा पुन पुन सीसा। बंदों बार बार जगदीसा। जिसमें है अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। एक अंकारा सतगुरु ते प्रसाद सत होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। कबित भयो है अरूढ़ कालू लीनो तन लालू। बहुत अजी तलवंडी पद पंथ बिकै पाए है। जुगो जुग अटल साहिब श्री गुरु ग्रंथ साहिब जी महाराज जी की पावन पवित्र हजूरी अंदर हाजरियां भर रहे अत सत्कारयोग सत्संगी जनो। दोवें हाथ जोड़ के फतेह प्रवान करो। आखो जी वाहिगुरु जी का खालसा वाहिगुरु जी की फतेह। सतगुरां जी की कृपा के सदका असी पिछले दिनों तो श्री गुरु नानक प्रकाश के विचों पूर्वरात अध्याय 21वें का प्रसंग सरवण करते आ रहे हैं। जिस दे विच असी पिछले दीवाना विच इथों तक विचारा सरवण कर चुके हैं कि धन गुरु नानक साहिब जी महाराज जी के विआह के बाबत जिथे बेबे नानकी जी अनेकों प्रकार दी खुशियां मनाते हैं। नाल ही नाल धन गुरु नानक साहिब जी महाराज जी के नानके परिवार के जी भी सारे ही खुशियां मनाते हैं। तो खुशियां मनाते मनाते धन गुरु नानक साहिब जी महाराज जी के नगर तलवंडी की धरती से पहुँच जाते हैं। इस तरह सारे रल मिल के इकट्ठे होके हुण सुल्तानपुर की धरती को चाले पाउण दे लई तैयारियां करते हैं। नाल ही नाल मेहता कालू जी भी नगर के राजे राय बुलार के कोलों आग्ञा लैण जाते हैं। तो नगर का राजा राय बुलार जिथे मेहता कालू जी को आखते ने भी भाई जाके धन गुरु नानक साहिब जी महाराज जी को सादी डंडौत करना, वंदना करना, नमस्कारा करना।
ਨਾਲ ਹੀ ਨਾਲ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਲੋੜੀਂਦੀਆਂ ਵਸਤੂਆਂ ਸਨ ਉਹ ਵੀ ਮਹਿਤਾ ਕਾਲੂ ਜੀ ਨੂੰ ਦਿੰਦੇ ਨੇ। ਕੁਝ ਧਨ ਨਕਦ ਰਾਸ਼ੀ ਵੀ ਮਹਿਤਾ ਕਾਲੂ ਜੀ ਨੂੰ ਦਿੰਦੇ ਨੇ। ਇਸੇ ਤਰ੍ਹਾਂ ਬੇਦੀ ਕੁਲ ਦੀਆਂ ਜਿੰਨੀਆਂ ਵੀ ਇਸਤਰੀਆਂ ਨੇ, ਮਾਤਾਵਾਂ ਨੇ, ਭੈਣਾਂ ਨੇ, ਸਾਰੀਆਂ ਰਲ ਮਿਲ ਕੇ ਇਕੱਠੇ ਹੋ ਕੇ ਤਿਆਰੀ ਕਰ ਲੈਂਦੇ ਨੇ ਤੇ ਸੁਲਤਾਨਪੁਰ ਦੀ ਧਰਤੀ ਨੂੰ ਚਾਲੇ ਪਾਉਣ ਦੀਆਂ ਜਿਹੜੀਆਂ ਨੇ ਉਹ ਤਿਆਰੀਆਂ ਪੂਰੀਆਂ ਜ਼ੋਰਾਂ ਸ਼ੋਰਾਂ ਤੇ ਚੱਲਦੀਆਂ ਨੇ। ਇੱਥੋਂ ਤੱਕ ਦਾ ਪ੍ਰਸੰਗ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅਗਲੇਰੇ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿਜਦਾ ਕਰਦਿਆਂ ਹੋਇਆਂ ਦੋਵੇਂ ਹੱਥ ਜੋੜ ਕੇ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਕਬਿਤ ਭਇਓ ਹੈ ਅਰੂੜ ਕਾਲੋ ਲੀਨੋ ਧਨ ਲਾਲੂ ਬਹੁਤ ਤਜੀ ਤਲਵੰਡੀ ਪਦ ਪੰਥ ਵਿਖੇ ਪਾਏ ਹੈ। ਤੇ ਹੁਣ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਉਸ ਦ੍ਰਿਸ਼ ਨੂੰ ਆਪਣੀ ਕਲਮ ਦੇ ਨਾਲ ਇਸ ਤਰੀਕੇ ਦੇ ਨਾਲ ਕਲਮਬੰਦ ਕਰਦੇ ਨੇ ਕਿ ਜਿਵੇਂ ਬਾਕੀ ਦੇ ਸਾਰੇ ਰਿਸ਼ਤੇਦਾਰ ਪੂਰੀ ਤਿਆਰੀ ਦੇ ਨਾਲ ਹੁਣ ਸੁਲਤਾਨਪੁਰ ਦੀ ਧਰਤੀ ਦੇ ਜਾਣ ਦੇ ਵਾਸਤੇ ਤਿਆਰ ਨੇ। ਤੇ ਕਹਿੰਦੇ ਭਇਓ ਹੈ ਅਰੂੜ ਕਾਲੂ, ਕਹਿੰਦੇ ਮਹਿਤਾ ਕਾਲੂ ਜੀ ਵੀ ਘੋੜੇ ਦੇ ਉੱਤੇ ਚੜ੍ਹ ਗਏ ਨੇ, ਘੋੜੇ ਤੇ ਸਵਾਰ ਹੋ ਗਏ ਨੇ। ਲੀਲੋ ਧੰਨ ਲਾਲੂ ਬੋਹ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਜੀ ਭਾਈ ਲਾਲੂ ਜੀ ਨੇ ਵੀ ਆਪਣੇ ਭਤੀਜੇ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਕਹਿੰਦੇ ਆਪਣੇ ਨਾਲ ਬਹੁਤ ਧਨ ਚੱਕਿਆ ਹੋਇਆ ਹੈ। ਧਨ ਇਕੱਠਾ ਕਰਕੇ ਨਾਲ ਲੈ ਕੇ ਜਾ ਰਹੇ ਨੇ। ਤਜੀ ਤਲਵੰਡੀ, ਤਜੀ ਦਾ ਭਾਵ ਹੁੰਦਾ, ਤਜਣਾ ਦਾ ਭਾਵ ਹੁੰਦਾ ਛੱਡਣਾ। ਕਹਿੰਦੇ ਹੁਣ ਤਲਵੰਡੀ ਨੂੰ ਛੱਡ ਕੇ ਉਹ ਪਦ ਪੰਥ ਵਿਖੇ ਪਾਏ ਹਨ। ਸੁਲਤਾਨਪੁਰ ਦੇ ਰਸਤੇ ਵੱਲ ਪੈ ਚੁੱਕੇ ਨੇ। ਸੁਲਤਾਨਪੁਰ ਦੇ ਰਾਹ ਹੁਣ ਸਾਰੇ ਤਿਆਰ ਹੋ ਕੇ ਉਧਰ ਨੂੰ ਚਾਲਾ ਕਰ ਦਿੱਤਾ ਹੈ। ਲੀਨੇ ਧਨ ਰਾਮਾ ਸੁਤ ਕਿਸ਼ਨਾ ਜੋ ਨਾਮਾ, ਜੇ ਧਰੇ ਉਰ ਚਾਏ ਸੁਲਤਾਨਪੁਰ ਧਾਏ ਹੈ। ਲੀਨੇ ਧਨ ਰਾਮਾ, ਰਾਮਾ ਜੀ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਨਾ ਜੀ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਨਾ ਜੀ ਭਾਈ ਰਾਮਾ ਜੀ ਨੇ ਵੀ ਆਪਣੇ ਨਾਲ ਧਨ ਬਹੁਤ ਚੁੱਕਿਆ ਹੈ। ਆਪਣੇ ਦੋਤਰੇ ਦੇ ਵਿਆਹ ਦੀਆਂ ਖੁਸ਼ੀਆਂ ਨੇ। ਨਾਲ ਹੀ ਨਾਲ ਉਹਨਾਂ ਦੇ ਪੁੱਤਰ ਕ੍ਰਿਸ਼ਨੇ ਜੀ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਾਮਾ ਜੀ, ਉਹਨਾਂ ਦੇ ਵੀ ਦਿਲ ਦੇ ਵਿੱਚ ਕਹਿੰਦੇ ਬਹੁਤ ਖੁਸ਼ੀ ਹੈ, ਬਹੁਤ ਖੁਸ਼ੀ ਮਨਾ ਰਹੇ ਨੇ। ਕਹਿੰਦੇ ਜਿਹੇ ਧਰੇ ਉਰ ਚਾਹੇ ਸੁਲਤਾਨਪੁਰ ਧਾਏ ਹੈ। ਤੇ ਮਨ ਦੇ ਵਿੱਚ ਉਰ ਦਾ ਭਾਵ ਹੁੰਦਾ ਹਿਰਦਾ, ਹਿਰਦੇ ਦੇ ਵਿੱਚ ਕਹਿੰਦੇ ਬਹੁਤ ਚਾਅ ਪੈਦਾ ਹੋਇਆ ਨਾਨਕੇ ਪਰਿਵਾਰ ਦੇ ਜੀਆਂ ਦੇ ਵਿੱਚ ਵੀ। ਤੇ ਇਸੇ ਤਰ੍ਹਾਂ ਕਹਿੰਦੇ ਜਦ ਕਿ ਸਾਰੇ ਸੁਲਤਾਨਪੁਰ ਦੇ ਰਾਹ ਪੈ ਤੁਰੇ ਨੇ। ਸਭੇ ਦਿਨ ਜਾਹੇ ਚਲੇ ਡੇਰਾ ਰਹਿਣ ਮਾਹੇ ਬਿੰਦ ਐਸੀਏ ਚਲਤ ਧਾਮ ਨਾਨਕੀ ਕੇ ਆਏ ਹੈ। ਸਭੇ ਦਿਨ ਜਾਹੇ ਚਲੇ, ਕਹਿੰਦੇ ਸਾਰਾ ਦਿਨ ਪੈਂਡਾ ਤੈਅ ਕਰਦੇ ਰਹੇ। ਡੇਰਾ ਰਹਿਣ ਮਾਹੇ, ਤੇ ਡੇਰਾ ਭਾਵ ਟਿਕਾਣਾ, ਰਹਿਣ ਦਾ ਭਾਵ ਹੁੰਦਾ ਰਾਤ, ਮਾਹੇ ਦਾ ਭਾਵ ਹੁੰਦਾ ਵਿੱਚ। ਕਹਿੰਦੇ ਰਾਤ ਦੇ ਸਮੇਂ ਦੇ ਵਿੱਚ ਕਹਿੰਦੇ ਫਿਰ ਇੱਕ ਥਾਂ ਦੇ ਉੱਤੇ ਟਿਕਾਣਾ ਕੀਤਾ। ਵਿਦ ਐਸੀਏ ਚਲਤ ਧਾਮ ਨਾਨਕੀ ਕੇ ਆਇਆ। ਇਸ ਵਿਧੀ ਦੇ ਨਾਲ ਚੱਲਦਿਆਂ, ਇਸ ਤਰੀਕੇ ਦੇ ਨਾਲ ਚੱਲਦਿਆਂ ਹੁਣ ਸਾਰੇ ਪਰਿਵਾਰ ਦੇ ਰਲ ਮਿਲ ਕੇ ਜੀ ਬੇਬੇ ਨਾਨਕੀ ਜੀ ਦੇ ਘਰ ਪਹੁੰਚ ਚੁੱਕੇ ਹਨ। ਆਨੰਦ ਉਦਤ ਮਿਲ ਕੇਲ ਕਰੇ ਮੀਨ ਜੀਵਨ ਨਾਨਕ ਸਪੂਤ ਭਇਓ ਭਏ ਮਨ ਪਾਏ ਹੈ। ਕਹਿੰਦੇ ਜਿਵੇਂ ਮੱਛੀ ਸਮੁੰਦਰ ਦੇ ਵਿੱਚ ਆਨੰਦ ਮਹਿਸੂਸ ਕਰਦੀ ਹੈ ਨਾ, ਇਸੇ ਤਰ੍ਹਾਂ ਸਾਰੇ ਜੀ ਚੱਲਦੇ ਚੱਲਦੇ ਜਿੱਥੇ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਪਹੁੰਚਦੇ ਨੇ ਤੇ ਇਸੇ ਤਰ੍ਹਾਂ ਸਾਰੇ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮਿਲ ਕੇ ਇਸ ਤਰ੍ਹਾਂ ਖੁਸ਼ੀ ਮਨਾਉਂਦੇ ਨੇ, ਇਸ ਤਰ੍ਹਾਂ ਆਨੰਦ ਮਹਿਸੂਸ ਕਰਦੇ ਨੇ ਜਿਵੇਂ ਇੱਕ ਮੱਛੀ ਪਾਣੀ ਦੇ ਵਿੱਚ ਰਹਿ ਕੇ ਆਪਣਾ ਜੀਵਨ ਨਿਰਵਾਹ ਕਰਦੀ ਹੈ ਤੇ ਆਨੰਦ ਮਹਿਸੂਸ ਕਰਦੀ ਹੈ। ਆਣ ਕੇ ਜੇ ਰਾਮ ਸਨਮਾਨ ਕਿਨੋ ਸਭਨ ਕੋ ਜਥਾ ਜੋਗ ਥਾਨ ਦਿਨੋ ਡੇਰਾ ਕਰਵਾਏ ਕੈ। ਆਣ ਕੇ ਜੈ ਰਾਮ ਸਨਮਾਨ ਕਿਨੋ ਸਭਨ ਕੋ। ਹੁਣ ਜਦੋਂ ਸਾਰੇ ਭਾਈ ਜੈ ਰਾਮ ਜੀ ਦੇ ਘਰ ਦੇ ਵਿੱਚ ਪਹੁੰਚ ਗਏ ਨੇ ਨਾ, ਭਾਈ ਜੈ ਰਾਮ ਜੀ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਰਿਆਂ ਦਾ ਆਦਰ ਮਾਣ ਕੀਤਾ ਹੈ, ਸਾਰਿਆਂ ਦਾ ਸਤਿਕਾਰ ਕੀਤਾ ਹੈ। ਜਥਾ ਜੋਗ ਥਾਨ ਡੀਨੋ ਡੇਰਾ ਕਰਵਾਏ ਕੈ, ਯੋਗ ਥਾਂ ਦੇ ਕੇ ਉਹਨਾਂ ਦਾ ਉੱਥੇ ਟਿਕਾਣਾ ਕੀਤਾ, ਆਸਣ ਲਗਵਾਏ ਗਏ ਹਨ। ਤਨੀਆਂ ਨਿਕਟ ਜਾਏ ਮਿਲਿਓ ਕਾਲੂ ਪਾਏ ਸੁਖ ਦਿਓ ਮਧੁਰਾਨੇ ਕੋ ਦਾਸ ਤੇ ਮੰਗਾਏ ਕੈ।
ਤਨੀਆਂ ਦਾ ਭਾਵ ਹੁੰਦਾ ਪੁੱਤਰੀ। ਤਨੀਆਂ ਨਿਕਟ ਜਾਏ ਮਿਲਿਓ ਕਾਲੂ ਪਾਏ ਸੁਖ। ਮਹਿਤਾ ਕਾਲੂ ਜੀ ਆਪਣੀ ਪੁੱਤਰੀ ਬੇਬੇ ਨਾਨਕੀ ਜੀ ਦੇ ਕੋਲ ਜਾ ਕੇ ਹੁਣ ਮਿਲਦੇ ਨੇ, ਤੇ ਜਿੱਥੇ ਬੇਬੇ ਨਾਨਕੀ ਜੀ ਨੂੰ ਮਿਲਦੇ ਨੇ ਸੁਖ ਪ੍ਰਾਪਤ ਕਰਦੇ ਨੇ। ਦਿਓ ਮਧੁਰਾਨੇ, ਮਧੁਰਾਨੇ ਦਾ ਭਾਵ ਹੁੰਦਾ ਮਠਿਆਈਆਂ। ਤੇ ਫਿਰ ਕਹਿੰਦੇ ਮਹਿਤਾ ਕਾਲੂ ਜੀ ਨੇ ਆਪਣੇ ਇੱਕ ਨਾਲ ਜਿਹੜੇ ਨੌਕਰ ਚਾਕਰ ਆਏ ਨੇ ਨਾ, ਉਹਨਾਂ ਦੇ ਵਿੱਚੋਂ ਇੱਕ ਨੌਕਰ ਨੂੰ ਬੁਲਾ ਕੇ ਬੇਬੇ ਨਾਨਕੀ ਜੀ ਨੂੰ ਅਨੇਕਾਂ ਪ੍ਰਕਾਰ ਦੀਆਂ ਮਠਿਆਈਆਂ ਦਿੰਦੀਆਂ ਹਨ। ਸਭ ਹੀ ਸੰਭਾਰਨ ਸੰਭਾਰ ਬੰਦ ਬੰਦ ਭਰ ਧਰੇ ਸਕਟਣ ਸਭ ਉੱਪਰ ਤੇ ਲਿਆਏ ਕੈ। ਹੁਣ ਸਾਰਿਆਂ ਜੀਆਂ ਨੇ ਕਹਿੰਦੇ ਆਪਣਾ ਸਮਾਨ ਜਿਹੜਾ ਹੈ ਉਹ ਸੰਭਾਲ ਲਿਆ ਹੈ। ਸਮਾਨ ਸੰਭਾਲ ਕੇ ਕਹਿੰਦੇ ਉਹਨਾਂ ਦੀਆਂ ਪੰਡਾਂ ਜਿਹੜੀਆਂ ਨੇ ਉਹ ਬੰਨੀਆਂ ਹੋਈਆਂ ਨੇ। ਸਾਰੀਆਂ ਪੰਡਾਂ ਕਹਿੰਦੇ ਬੰਨ ਕੇ ਗੱਡਿਆਂ ਦੇ ਉੱਤੇ ਰੱਖੀਆਂ ਹੋਈਆਂ ਹਨ। ਪਰਮਾਨੰਦ ਮਿਲਿਓ ਕੀਨ ਪ੍ਰਸ਼ਨ ਕੁਸ਼ਲ ਪਰੇ ਹੀਰ ਕੈ ਬਰਾਤਿ ਉਰ ਰਹਿਓ ਹਰ ਖਾਏ ਕੈ। ਬੇਬੇ ਨਾਨਕੀ ਜੀ ਦੇ ਸੋਹਰਾ ਜੀ ਭਾਈ ਜੈ ਰਾਮ ਜੀ ਦੇ ਪਿਤਾ ਜੀ ਭਾਈ ਪਰਮਾਨੰਦ ਜੀ ਕਹਿੰਦੇ ਫਿਰ ਸਾਰਿਆਂ ਨੂੰ ਹੁਣ ਮਿਲਦੇ ਨੇ। ਜਿੰਨੇ ਵੀ ਘਰ ਦੇ ਵਿੱਚ ਰਿਸ਼ਤੇਦਾਰ ਆਏ ਨੇ ਨਾ, ਕੁੜਮ ਆਏ ਨੇ, ਸਾਰਿਆਂ ਨੂੰ ਆਦਰ ਸਤਿਕਾਰ ਦੇ ਨਾਲ ਪਿਆਰ ਦੇ ਨਾਲ ਹੁਣ ਮਿਲਦੇ ਨੇ ਤੇ ਸਭ ਦਾ ਹਾਲ ਚਾਲ ਪੁੱਛਦੇ ਨੇ। ਤੇ ਸਾਰਿਆਂ ਨੂੰ ਕਹਿੰਦੇ ਸਹੀ ਸਲਾਮਤ ਦੇਖ ਕੇ, ਠੀਕ ਠਾਕ ਦੇਖ ਕੇ ਬਹੁਤ ਖੁਸ਼ ਹੋਏ ਹਨ। ਸ਼੍ਰੋਣ ਸੁਖ ਕੰਧ ਸੁਣੇ ਆਏ ਜਗ ਬੰਦ ਪੁਨ ਧੂ ਕਰ ਬੰਦ ਪਦ ਬੰਦੇ ਸੀਸ ਨਾਇਓ ਹੈ। ਕਹਿੰਦੇ ਸੁੱਖਾਂ ਦੇ ਦਾਤੇ ਸ਼੍ਰੋਣ ਸੁਖ ਕੰਧ ਸੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਆਏ ਜਗ ਬੰਦ ਪੁਨ ਧੂ ਕਰ ਬੰਦ ਪਦ ਬੰਦੇ ਸੀਸ ਨਾਏ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਜਿਹੜੇ ਜਗਤ ਦੇ ਬੰਧਨਾਂ ਨੂੰ ਕੱਟਣ ਵਾਲੇ ਨੇ ਨਾ, ਜਿਹੜੇ ਜਗਤ ਨੂੰ ਬੰਧਨਾਂ ਤੋਂ ਮੁਕਤ ਕਰਨ ਵਾਲੇ ਨੇ, ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਕੰਨਾਂ ਦੇ ਨਾਲ ਸੁਣਿਆ ਵੀ ਮੇਰੇ ਪਰਿਵਾਰ ਦੇ ਜੀ ਸਾਰੇ ਚੱਲ ਕੇ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਪਹੁੰਚ ਗਏ ਨੇ, ਤਾਂ ਉੱਥੇ ਆ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦੋਵੇਂ ਹੱਥ ਜੋੜ ਕੇ ਸਾਰਿਆਂ ਨੂੰ ਨਮਸਕਾਰ ਕੀਤੀ ਹੈ, ਸਾਰਿਆਂ ਦਾ ਸਤਿਕਾਰ ਕੀਤਾ ਹੈ। ਤੇ ਇਸੇ ਤਰ੍ਹਾਂ ਸੀਸ ਨਿਭਾ ਕੇ ਸਾਰਿਆਂ ਦੇ ਕਹਿੰਦੇ ਪੈਰੀ ਹੱਥ ਲਗਾ ਰਹੇ ਨੇ। ਕਾਲੂ ਨੇ ਉਤਾਲ ਲੀਨੇ ਅੰਕ ਹਿਤ ਨਾਲ ਪਿਓ ਪ੍ਰੀਤ ਮੈਂ ਵਿਸਾਲ ਨਿਜ ਕਰੇ ਸੋ ਲਗਾਏ ਹੈ। ਇਸੇ ਤਰ੍ਹਾਂ ਕਹਿੰਦੇ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਜਦੋਂ ਦੇਖਿਆ ਵੀ ਉਹਨਾਂ ਦੇ ਪੈਰੀ ਹੱਥ ਲਗਾ ਰਹੇ ਨੇ, ਆਪਣੇ ਪੁੱਤਰ ਨੂੰ ਉਹਨਾਂ ਦੀਆਂ ਬਾਹਾਂ ਤੋਂ ਫੜ ਕੇ ਆਪਣੇ ਕਲਾਵੇ ਦੇ ਵਿੱਚ ਲਿਆ, ਆਪਣੇ ਗਲ ਨਾਲ ਲਗਾ ਕੇ ਬੜਾ ਪਿਆਰ ਬੜਾ ਮਾਣ ਸਤਿਕਾਰ ਦਿੱਤਾ ਹੈ। ਬੇਦੀ ਸਭ ਔਰ ਪਰੇ ਪ੍ਰੇਮ ਤੇ ਹੈ ਠੋਰ ਮਿਲੇ ਭਰ ਭਰ ਕੋਰੇ ਔਰ ਭਾਰੀ ਸੁਖ ਪਾਇਓ ਹੈ। ਕਹਿੰਦੇ ਬਾਕੀ ਵੀ ਸਾਰੇ ਬੇਦੀ ਕੁਲ ਦੇ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮਿਲ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ, ਵਧਾਈਆਂ ਦੇ ਰਹੇ ਨੇ ਤੇ ਬਹੁਤ ਸੁੱਖ ਪ੍ਰਾਪਤ ਕਰ ਰਹੇ ਹਨ। ਸੁੰਦਰ ਕਿਸ਼ੋਰ ਲਖੇ ਪੰਚ ਸਿਰ ਮੋਰ ਨਿਜ ਦੂਰ ਦੂਰ ਜਾਂ ਕੋ ਜਸ ਦੇਸ਼ ਦੇਸ਼ ਛਾਇਓ ਹੈ। ਸੁੰਦਰ ਕਿਸ਼ੋਰ ਦਾ ਭਾਵ ਹੈ ਸੁੰਦਰ ਬੱਚਾ, ਸੁੰਦਰ ਲੜਕਾ। ਕਹਿੰਦੇ ਸਾਡੇ ਘਰ ਦੇ ਵਿੱਚ ਇਹੋ ਜਿਹਾ ਸੁੰਦਰ ਬੱਚਾ ਜਨਮਿਆ ਹੈ, ਸਾਡੀ ਵੰਸ਼ ਦੇ ਵਿੱਚ, ਸਾਡੀ ਬੇਦੀ ਕੁਲ ਦੇ ਵਿੱਚ, ਜਿਹਦਾ ਜਸ ਕਹਿੰਦੇ ਦੇਸ਼ਾਂ ਦੇਸ਼ਾਂਤਰਾਂ ਦੇ ਵਿੱਚ ਛਾਇਆ ਹੋਇਆ ਹੈ। ਅਨੇਕਾਂ ਦੇਸ਼ਾਂ ਦੇ ਲੋਕ ਜਿਨ੍ਹਾਂ ਦੀ ਮਹਿਮਾ ਕਰਦੇ ਨੇ, ਇਹੋ ਜਿਹੇ ਪੁੱਤਰ ਨੇ ਸਾਡੀ ਵੰਸ਼ ਦੇ ਵਿੱਚ ਜਨਮ ਲਿਆ ਹੈ। ਤੇ ਇਹਨਾਂ ਦੇ ਜਨਮ ਲੈਣ ਦੇ ਨਾਲ ਕਹਿੰਦੇ ਸਾਡੀ ਜਿਹੜੀ ਬੇਦੀ ਕੁਲ ਹੈ ਉਹ ਵੀ ਧਨ ਹੋ ਗਈ ਹੈ। ਦੋਹਰਾ ਕਮਲ ਨੈਣ ਕੋ ਧਨ ਜਿਤੋ ਦੀਨੋ ਕਾਲੂ ਹਾਥ ਕਹੀ ਜੈ ਰਾਮ ਸੁਨਾਏ ਪੁਨ ਸਭ ਲੇਖੇ ਕੀ ਗਾਥ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਨਵਾਬ ਦੌਲਤ ਖਾਨ ਲੋਧੀ ਦੇ ਕੋਲ ਸ਼ਿਕਾਇਤਾਂ ਗਈਆਂ ਸਨ ਨਾ, ਦੂਜੀ ਵਾਰ ਲੇਖਾ ਜੋਖਾ ਹੋਇਆ, ਸਾਰਾ ਹਿਸਾਬ ਕਿਤਾਬ ਹੋਇਆ ਸੀ। ਪਿਛਲੇ ਪ੍ਰਸੰਗ ਦੇ ਵਿੱਚ ਵਿਚਾਰਾਂ ਸਰਵਣ ਕੀਤੀਆਂ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਲ 321 ਰੁਪਏ ਦੀ ਜਿਹੜੀ ਰਾਸ਼ੀ ਸੀ ਉਹ ਵੱਧ ਨਿਕਲਦੀ ਸੀ। ਤੇ ਇਸੇ ਤਰ੍ਹਾਂ ਨਵਾਬ ਦੇ ਕੋਲੋਂ ਜਦੋਂ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸਾਰੀ ਨਗਦ ਰਾਸ਼ੀ ਮਿਲੀ ਤੇ ਨਾਲ ਹੀ ਨਾਲ ਇਨਾਮ ਦੇ ਵਜੋਂ 3000 ਰੁਪਇਆ ਨਵਾਬ ਦੌਲਤ ਖਾਨ ਲੋਧੀ ਨੇ ਆਪਣੇ ਵੱਲੋਂ ਵੀ ਦਿੱਤਾ ਸੀ। ਉਹ ਸਾਰੀ ਦੀ ਸਾਰੀ ਰਾਸ਼ੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਜੈ ਰਾਮ ਜੀ ਦੇ ਘਰ ਦੇ ਵਿੱਚ ਰੱਖ ਦਿੱਤੀ ਸੀ। ਹੁਣ ਆਖਦੇ ਨੇ ਕਮਲ ਨੈਣ ਕੋ ਧਨ ਜਿਤੋ ਦਿਨੋਂ ਕਾਲੂ ਹਾਥ। ਕਮਲ ਨੈਣ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿੰਨੀ ਵੀ ਨਕਦ ਰਾਸ਼ੀ ਭਾਈ ਜੈ ਰਾਮ ਜੀ ਦੇ ਘਰ ਦੇ ਵਿੱਚ ਪਈ ਸੀ,
ਉਹ ਸਾਰੀ ਦੀ ਸਾਰੀ ਮਾਇਆ ਮਹਿਤਾ ਕਾਲੂ ਜੀ ਦੇ ਹੱਥਾਂ ਦੇ ਵਿੱਚ ਭਾਈ ਜੈ ਰਾਮ ਜੀ ਨੇ ਸੌਂਪਣਾ ਕੀਤੀ ਹੈ। ਕਹੀ ਜੈ ਰਾਮ ਸੁਨਾਏ ਪੁਨ ਸਭ ਲੇਖੇ ਕੀ ਗਾਥ। ਤੇ ਫਿਰ ਕਹਿੰਦੇ ਭਾਈ ਜੈ ਰਾਮ ਜੀ ਨੇ ਸਾਰੀ ਲੇਖੇ ਜੋਖੇ ਦੀ ਗਾਥਾ, ਸਾਰੀ ਕਥਾ ਵਾਰਤਾ, ਸਾਰੀ ਵਿਚਾਰ ਹੁਣ ਸਾਰੇ ਬੇਦੀ ਕੋਲ ਦੇ ਜੀਆਂ ਨੂੰ ਸੁਣਾਉਣੀ ਕੀਤੀ ਹੈ। ਸੋਰਠਾ ਉਰ ਤਰ ਹਰਖ ਵਿਸਾਲ ਕਾਲੂ ਬੋਲਿਓ ਬਚਨ ਤਬ। ਤੇ ਦਿਲ ਦੇ ਵਿੱਚ ਬਹੁਤ ਖੁਸ਼ੀ ਹੋਈ ਮਹਿਤਾ ਕਾਲੂ ਜੀ ਦੇ ਵੀ ਜਦੋਂ ਉਹਨਾਂ ਨੇ ਲੇਖੇ ਜੋਖੇ ਦੀ ਹਿਸਾਬ ਕਿਤਾਬ ਦੀ ਸਾਰੀ ਵਿਚਾਰ ਭਾਈ ਜੈ ਰਾਮ ਜੀ ਦੇ ਕੋਲੋਂ ਸੁਣੀ ਨਾ, ਮਨ ਦੇ ਵਿੱਚ ਕਹਿੰਦੇ ਬਹੁਤ ਖੁਸ਼ ਹੋਏ ਨੇ। ਫਿਰ ਮਹਿਤਾ ਕਾਲੂ ਜੀ ਨੇ ਹੁਣ ਬਚਨ ਉਚਾਰਨ ਕੀਤੇ ਹਨ। ਖਰਚਨ ਕੋ ਅਬ ਕਾਲ ਭਲਾ ਪਿਓ ਤਨ ਬਹੁ ਕਰਿਓ। ਕਹਿੰਦੇ ਹੁਣ ਅਸਲ ਦੇ ਵਿੱਚ ਧਨ ਖਰਚਣ ਦਾ ਸਮਾਂ ਆਇਆ। ਬਹੁਤ ਭਲਾ ਕੀਤਾ ਇਹਨਾਂ ਨੇ, ਬਹੁਤ ਚੰਗਾ ਕੰਮ ਕੀਤਾ ਮੇਰੇ ਪੁੱਤਰ ਨੇ ਜਿਹੜਾ ਇਹ ਧਨ ਜੋੜ ਕੇ ਰੱਖਿਆ ਸੀ। ਔਰ ਬੇਵ ਨਹਿ ਜਾਨ ਏਕ ਦਰਬ ਕੀ ਲਾਲਸਾ। ਪਰ ਕਹਿੰਦੇ ਕੋਈ ਵੀ ਇਹ ਨਹੀਂ ਜਾਣਦਾ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਇੱਕ ਤਿਲ ਜਿੰਨੀ ਵੀ ਕਿਸੇ ਤਰ੍ਹਾਂ ਦੀ ਲਾਲਸਾ ਹੋਵੇ, ਇੱਕ ਕੋਡੀ ਦੀ ਵੀ ਲਾਲਸਾ ਹੋਵੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ, ਇੱਕ ਪੈਸੇ ਦੀ ਵੀ ਲਾਲਸਾ ਹੋਵੇ। ਇਸ ਭੇਦ ਨੂੰ ਕਹਿੰਦੇ ਕਿਸੇ ਨੇ ਵੀ ਨਹੀਂ ਜਾਣਿਆ। ਜੋ ਨਾ ਕਰੇ ਪਹਿਚਾਨ ਕਰਤਾ ਹਰਤਾ ਜਗਤ ਕੋ। ਇਸੇ ਤਰ੍ਹਾਂ ਕਹਿੰਦੇ ਉਹ ਜਗਤ ਦੇ ਕਰਤਾ ਧਰਤਾ ਦੀ ਪਹਿਚਾਨ ਨਾ ਕਰ ਸਕੇ ਲੋਕ। ਪਰਿਵਾਰ ਦੇ ਜੀਆਂ ਦੇ ਵਿੱਚੋਂ ਵੀ ਕਹਿੰਦੇ ਕੋਈ ਕਈ ਵਾਰੀ ਚੰਗੀ ਤਰ੍ਹਾਂ ਕੋਈ ਪਹਿਚਾਨ ਨਹੀਂ ਕਰ ਸਕਿਆ ਵੀ ਇਹ ਤਾਂ ਜਗਤ ਦੇ ਕਰਤਾ ਧਰਤਾ ਨੇ, ਇਹਨਾਂ ਨੂੰ ਮਾਇਆ ਦਾ ਕੀ ਲਾਲਚ, ਕਿਸ ਤਰ੍ਹਾਂ ਦੀ ਲਾਲਸਾ ਹੈ ਭਾਈ। ਕਹਿੰਦੇ ਇਸ ਭੇਦ ਨੂੰ ਕੋਈ ਵੀ ਨਹੀਂ ਸਮਝ ਸਕਿਆ। ਕਬਿਤ ਨਾਨਾ ਵਿਦ ਭੋਜਨ ਕਰਾਏ ਕਹਿ ਜਮਾਏ ਨਰ ਬਣਤਾ ਕੀ ਭਾਂਤੇ ਵਿਸਾਏ ਹਿਤ ਖਾਣ ਕੋ। ਇਸੇ ਤਰ੍ਹਾਂ ਕਹਿੰਦੇ ਮਰਦਾਂ ਨੂੰ ਕਈ ਪ੍ਰਕਾਰਾਂ ਦੇ ਭੋਜਨ ਕਰਵਾਏ ਗਏ। ਨਾਨਾ ਵਿਦ ਭੋਜਨ ਕਰਾਏ ਕਹਿ ਜਮਾਏ ਨਰ। ਨਰ ਦਾ ਭਾਵ ਹੁੰਦਾ ਮਰਦ। ਕਹਿੰਦੇ ਮਰਦਾਂ ਨੂੰ ਪੁਰਸ਼ਾਂ ਨੂੰ ਅਨੇਕਾਂ ਤਰ੍ਹਾਂ ਦੇ ਭੋਜਨ ਪਦਾਰਥ ਛਕਾਏ ਗਏ। ਬਣਤਾ ਕੀ ਭਾਂਤੇ ਵਿਸਾਏ ਹਿਤ ਖਾਣ ਕੋ। ਬਣਤਾ ਦਾ ਭਾਵ ਹੁੰਦਾ ਇਸਤਰੀ। ਕਹਿੰਦੇ ਫਿਰ ਇਸਤਰੀਆਂ ਦੀਆਂ ਜਿਹੜੀਆਂ ਕਤਾਰਾਂ ਸੀ, ਪਾਂਤੇ ਦਾ ਭਾਵ ਹੁੰਦਾ ਕਤਾਰਾਂ, ਲਾਈਨਾਂ, ਫਿਰ ਉਹ ਸਾਰੀਆਂ ਕਤਾਰਾਂ ਇਸਤਰੀਆਂ ਦੀਆਂ ਲਗਾਈਆਂ ਗਈਆਂ। ਬਾਅਦ ਦੇ ਵਿੱਚ ਸਾਰੀਆਂ ਇਸਤਰੀਆਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਗਿਆ ਹੈ। ਔਰ ਜੇ ਹੈ ਊਚ ਨੀਚ ਸਭ ਕੋ ਆਹਾਰ ਦਿਨੇ ਨੀਕੇ ਪਕਵਾਨ ਖਾਣ ਕੀਨੇ ਸੁਖ ਮਨ ਕੇ। ਜਿੰਨੇ ਵੀ ਕਹਿੰਦੇ ਉੱਚੇ ਨੀਵੀਂ ਬਰਾਦਰੀ ਦੇ ਲੋਕ ਸਾਰੇ ਉੱਥੇ ਇਕੱਠੇ ਹੋਏ ਸਨ ਨਾ, ਸਾਰਿਆਂ ਨੂੰ ਹੀ ਭੋਜਨ ਛਕਾਇਆ ਗਿਆ ਬਿਨਾਂ ਕਿਸੇ ਵਿਤਕਰੇ ਤੋਂ। ਸਾਰਿਆਂ ਨੂੰ ਭੋਜਨ ਪ੍ਰਸ਼ਾਦਾ ਪਾਣੀ ਛਕਾਇਆ ਗਿਆ। ਪ੍ਰਸ਼ਾਦਾ ਪਾਣੀ ਛਕ ਕੇ ਬੜੇ ਆਨੰਦ ਮਹਿਸੂਸ ਕਰਦੇ ਹਨ। ਚਤੁਰ ਬਰਨ ਕੇਰੇ ਘਰਨ ਕਰਨ ਫਿਰ ਤੂਰਨ ਨਰਨ ਪ੍ਰੇਰੇ ਕਾਲੂ ਰੰਗ ਰਣ ਕੇ। ਹੁਣ ਇਸੇ ਤਰ੍ਹਾਂ ਕਹਿੰਦੇ ਜਿੰਨੇ ਵੀ ਹੋਰ ਨਗਰ ਦੇ ਵਿੱਚ ਲੋਕ ਰਹਿੰਦੇ ਨੇ ਨਾ ਸੁਲਤਾਨਪੁਰ ਵਿਖੇ, ਉਹਨਾਂ ਦੇ ਘਰ ਘਰ ਕਹਿੰਦੇ ਨੌਕਰਾਂ ਨੂੰ ਭੇਜਿਆ ਗਿਆ ਵੀ ਭਾਈ ਆ ਜਾਓ, ਆ ਕੇ ਪ੍ਰਸ਼ਾਦਾ ਪਾਣੀ ਛਕ ਕੇ ਜਾਇਓ। ਸਾਰਾ ਪ੍ਰਬੰਧ ਕੀਤਾ ਗਿਆ। ਸਾਰਿਆਂ ਦੇ ਘਰਾਂ ਦੇ ਵਿੱਚ ਸੱਦੇ ਭੇਜੇ ਗਏ, ਨਿਆਉਂਦੇ ਭੇਜੇ ਗਏ ਵੀ ਭਾਈ ਆ ਜਾਓ, ਸਾਰੇ ਜਾਣੇ ਚੱਲ ਕੇ ਰਲ ਮਿਲ ਕੇ ਇਸ ਖੁਸ਼ੀਆਂ ਦੇ ਮੌਕੇ ਦੇ ਵਿੱਚ ਸ਼ਾਮਲ ਹੋਵੋ। ਸਭਨ ਦੀਵਾਇਓ ਉਤਸ਼ਾਹ ਜੋ ਬੜਾਇਓ ਅਤ ਬੜੋ ਜਸ ਛਾਇਓ ਬੀਜਪੁਰ ਸੁਲਤਾਨ ਕੇ। ਕਹਿੰਦੇ ਇਸੇ ਤਰ੍ਹਾਂ ਸਾਰੇ ਸੁਲਤਾਨਪੁਰ ਨਗਰ ਦੇ ਲੋਕਾਂ ਨੇ ਰਲ ਮਿਲ ਕੇ ਬੜਾ ਉਤਸ਼ਾਹ ਮਨਾਇਆ, ਬੜੀਆਂ ਖੁਸ਼ੀਆਂ ਮਨਾਈਆਂ ਨੇ। ਤੇ ਇਸੇ ਤਰ੍ਹਾਂ ਰਲ ਮਿਲ ਕੇ ਬਹੁਤ ਵੱਡਾ ਜਸ ਵਧਾਇਆ ਹੈ। ਸਾਰੇ ਰਲ ਮਿਲ ਕੇ ਸੁਲਤਾਨਪੁਰ ਦੇ ਸ਼ਹਿਰ ਦੇ ਵਿੱਚ ਹੁਣ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਸਾਰੇ ਜੀ, ਸਾਰੇ ਨਗਰ ਦੇ ਲੋਕ ਖੁਸ਼ੀਆਂ ਮਨਾ ਰਹੇ ਹਨ। ਦੋਹਰਾ ਬ੍ਰਿੰਦ ਮਦਰ ਪਕਵਾਨ ਕੋ ਸੀਸ ਨਰਨ ਤਰਵਾਏ। ਦੌਲਤ ਖਾਨ ਨਿਰਪਾਲ ਕੋ ਦੀਨ ਜੈ ਰਾਮ ਸੋ ਜਾਏ। ਹੁਣ ਕਹਿੰਦੇ ਭਾਈ ਜੈ ਰਾਮ ਜੀ ਨੇ ਆਪਣੇ ਘਰ ਦੇ ਨੌਕਰਾਂ ਨੂੰ ਬੁਲਾਇਆ ਤੇ ਉਹਨਾਂ ਨੌਕਰਾਂ ਦੇ ਸਿਰਾਂ ਦੇ ਉੱਤੇ ਕਹਿੰਦੇ ਮਠਿਆਈਆਂ ਦੇ ਜਿਹੜੇ ਵੱਡੇ ਵੱਡੇ ਥਾਲ ਸਨ ਨਾ, ਅਨੇਕਾਂ ਤਰ੍ਹਾਂ ਦੇ ਪਕਵਾਨ ਜਿਹੜੇ ਸਨ, ਉਹ ਸਾਰੇ ਨੌਕਰਾਂ ਦੇ ਸਿਰ ਦੇ ਉੱਤੇ ਚੁਕਵਾ ਦਿੱਤੀਆਂ ਅਨੇਕਾਂ ਮਠਿਆਈਆਂ ਵੀ ਭਾਈ ਚਲੋ ਜਾ ਕੇ ਨਵਾਬ ਦੌਲਤ ਖਾਨ ਲੋਧੀ ਨੂੰ ਵੀ ਦੱਸ ਦਈਏ ਵੀ ਜਿਹੜਾ ਤੁਹਾਡਾ ਮੋਦੀ ਹੈ ਨਾ, ਉਹਦੇ ਵਿਆਹ ਦੇ ਕਰਕੇ ਇੰਨੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ।
ਹੁਣ ਸਾਰੇ ਰਲ ਮਿਲ ਕੇ ਨਵਾਬ ਦੌਲਤ ਖਾਂ ਲੋਧੀ ਦੇ ਕੋਲ ਜਾਂਦੇ ਹਨ। ਸੋਰਠਾ ਲੱਖ ਆਨੰਦ ਕੋ ਬ੍ਰਿੰਦ ਬਦਿਓ ਨਰਿੰਦ ਸੋ ਬਦਨ ਤੇ। ਇਸੇ ਤਰ੍ਹਾਂ ਕਹਿੰਦੇ ਅਨੇਕਾਂ ਪ੍ਰਕਾਰ ਦੇ ਆਨੰਦ ਖੁਸ਼ੀਆਂ ਖੇੜਿਆਂ ਨੂੰ ਮਹਿਸੂਸ ਕਰਦੇ ਹੋਏ ਨਵਾਬ ਜੀ ਨੇ, ਨਵਾਬ ਦੌਲਤ ਖਾਂ ਲੋਧੀ ਨੇ ਕਹਿੰਦੇ ਹੁਣ ਆਪਣੇ ਮੁਖ ਤੋਂ ਬਚਨ ਕੀਤੇ ਹਨ। ਬਸਤ ਬਿਲੰਦ ਸੁਸ਼ੰਦ ਮੋਹੇ ਨਰਨ ਤੇ ਚਿਹਤ ਲਹੇ। ਕਹਿੰਦੇ ਮੇਰੇ ਕੋਲ ਅਨੇਕਾਂ ਤਰ੍ਹਾਂ ਦੀਆਂ ਵਸਤੂਆਂ ਨੇ, ਅਨੇਕਾਂ ਤਰ੍ਹਾਂ ਦੇ ਪਦਾਰਥ ਮੇਰੇ ਰਾਜ ਭਾਗ ਦੇ ਵਿੱਚ ਹਨ। ਜਿਹੜੀ ਵੀ ਕਹਿੰਦੇ ਤੁਹਾਨੂੰ ਜ਼ਰੂਰੀ ਚੀਜ਼ ਚਾਹੀਦੀ ਹੋਵੇ ਨਾ, ਬਿਨਾਂ ਕਿਸੇ ਝਿਜਕ ਤੋਂ ਉਹ ਤੁਸੀਂ ਚੀਜ਼ ਲੈ ਕੇ ਜਾ ਸਕਦੇ ਹੋ। ਕਬਿਤ ਬੋਲੇ ਗੁਣ ਐਨ ਅਰਬਿੰਦ ਸਮ ਨੈਣ ਲੋਨੂ। ਜਾ ਕੇ ਅਵਿਲੋਕ ਕੋਨੇ ਮੈਨ ਬਿਨ ਮਨ ਕੇ। ਇਸੇ ਤਰ੍ਹਾਂ ਕਹਿੰਦੇ ਹੁਣ ਸਾਰੀਆਂ ਇਸਤਰੀਆਂ ਰਲ ਮਿਲ ਕੇ ਗੁਣਵਾਨ ਕਮਲ ਲੈਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਸ ਵਿਆਹ ਦੇ ਮੌਕੇ ਦੇ ਵਿੱਚ ਜਿੱਥੇ ਸਾਰੀਆਂ ਇਸਤਰੀਆਂ ਇਕੱਠੀਆਂ ਹੋਈਆਂ ਨੇ, ਕਹਿੰਦੇ ਉਹਨਾਂ ਦਾ ਹਾਰ ਸ਼ਿੰਗਾਰ ਦੇਖ ਕੇ ਜਿਹੜਾ ਕਾਮਦੇਵ ਦਾ ਰਾਜ ਹੈ ਨਾ, ਉਹਦਾ ਵੀ ਕਹਿੰਦੇ ਮਾਣ ਹੰਕਾਰ ਟੁੱਟ ਗਿਆ ਹੈ। ਹੁਣ ਮੈਂ ਵਸਾਏ ਤਨ ਸਾਧਨ ਮਲਾਏ ਸੁਭਗਾਏ ਗੀਤ ਅੰਗਣਾ ਬਣਾਏ ਬੈਨ ਮਾਣ ਕੇ। ਹੁਣ ਇੱਥੇ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵਿਆਹ ਤੋਂ ਪਹਿਲਾਂ ਜਿਹੜਾ ਆਮ ਤੌਰ ਦੇ ਉੱਤੇ ਅੱਜ ਵੀ ਘਰਾਂ ਦੇ ਵਿੱਚ ਦੇਖਿਆ ਜਾਂਦਾ ਕਿ ਬਟਨਾ ਲਗਾਇਆ ਜਾਂਦਾ, ਉਸ ਦ੍ਰਿਸ਼ ਨੂੰ ਕਲਮਬੰਦ ਕੀਤਾ ਹੈ। ਕਹਿੰਦੇ ਜਿੱਥੇ ਸਾਰੀਆਂ ਇਸਤਰੀਆਂ ਸੱਜ ਧੱਜ ਕੇ ਵਿਹੜੇ ਦੇ ਵਿੱਚ ਇਕੱਠੀਆਂ ਹੋਈਆਂ ਨੇ, ਖੁਸ਼ੀ ਦੇ ਗੀਤ ਗਾ ਰਹੀਆਂ ਨੇ, ਤੇ ਇਸੇ ਤਰ੍ਹਾਂ ਸਾਰੀਆਂ ਇਸਤਰੀਆਂ ਰਲ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹੁਣ ਬਟਨਾ ਮਲ ਰਹੇ ਹਨ। ਵੱਡੀ ਵੱਡ ਭਾਗਣ ਸੁਹਾਗਣ ਸਪਤ ਮੇਲੇ ਅੰਗਣ ਮਲਤ ਪਲੇ ਬੇਦੀ ਕੁਲ ਭਣ ਕੇ। ਇਸੇ ਤਰ੍ਹਾਂ ਕਹਿੰਦੇ ਵੱਡੀਆਂ ਵੱਡ ਭਾਗਣਾ ਸੁਹਾਗਣਾ ਸਾਰੀਆਂ ਰਲ ਮਿਲ ਕੇ ਵਿਹੜੇ ਦੇ ਵਿੱਚ ਬੈਠ ਕੇ ਸੂਰਜ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਹੁਣ ਬਟਨਾ ਮਲ ਰਹੀਆਂ ਸਨ। ਨਾਨ ਪੁਨ ਕਿਨ ਬਹੁ ਦਿਨ ਨ ਕੋ ਦਾਨ ਦਿਨੋ ਆਸਨ ਅਸੀਨੇ ਕੁਰਬਾਨ ਸੁਖ ਦਾਨ ਕੇ। ਇਸੇ ਤਰ੍ਹਾਂ ਕਹਿੰਦੇ ਇਸ ਬਟਨੇ ਦੀ ਰਸਮ ਤੋਂ ਬਾਅਦ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਕਹਿੰਦੇ ਇਸ਼ਨਾਨ ਕਰਵਾਇਆ ਗਿਆ। ਜਿਹੜੇ ਵੀ ਘਰ ਦੇ ਵਿੱਚ ਇਸ ਖੁਸ਼ੀਆਂ ਦੇ ਮੌਕੇ ਨੂੰ ਦੇਖ ਕੇ ਮੰਗਤੇ ਆਉਂਦੇ ਨੇ, ਦਾਨ ਮੰਗਣ ਵਾਲੇ ਆਉਂਦੇ ਨੇ, ਗਰੀਬ ਪਰਿਵਾਰਾਂ ਦੇ ਜੀ ਆਉਂਦੇ ਨੇ, ਅਨੇਕਾਂ ਪ੍ਰਕਾਰਾਂ ਦਾ ਦਾਨ ਪ੍ਰਾਪਤ ਕਰਕੇ ਜਾਂਦੇ ਨੇ। ਇਸੇ ਤਰ੍ਹਾਂ ਕਹਿੰਦੇ ਗੁਰੂ ਜੀ ਆਸਣ ਤੇ ਬੈਠੇ ਹੋਏ ਹਨ। ਆਸਣ ਅਸੀਨੇ ਕੁਰਬਾਨ ਸੁਖ ਦਾਨ ਕੇ। ਕਵੀ ਸੁੱਖਾਂ ਦੇ ਦਾਤੇ ਤੋਂ ਕਿਤੇ ਕੁਰਬਾਨ ਜਾਂਦਾ ਹੈ। ਭਾਵ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਇਸ ਸਾਰੇ ਦ੍ਰਿਸ਼ਟਾਂਤ ਨੂੰ ਦੇਖਦੇ ਜਿੱਥੇ ਕਲਮਬੰਦ ਕਰਦੇ ਨੇ ਤੇ ਨਾਲ ਹੀ ਨਾਲ ਬਚਨ ਕਰਦੇ ਨੇ, ਕਹਿੰਦੇ ਸੁੱਖਾਂ ਦੇ ਦਾਤੇ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਕਹਿੰਦੇ ਮੈਂ ਵਾਰ-ਵਾਰ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਸਵਈਆ ਸੋਹਤ ਪੀਤ ਦੁਕੂਲ ਤਰੇ ਸੁਬੇ ਹੱਥ ਬਿਨਾ ਜਿਨ ਕੇ ਕੰਗਣਾ। ਇਸੇ ਤਰ੍ਹਾਂ ਕਹਿੰਦੇ ਇਸ ਬਟਨੇ ਦੀ ਰਸਮ ਨੂੰ ਦੇਖਦਿਆਂ ਹੋਇਆਂ ਜਿੱਥੇ ਬਟਨਾ ਮੱਲਿਆ ਜਾ ਰਿਹਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹੱਥਾਂ ਦੇ ਵਿੱਚ ਕਹਿੰਦੇ ਕੰਗਣ ਪਾਏ ਗਏ ਨੇ ਤੇ ਨਾਲ ਹੀ ਨਾਲ ਗਲ ਦੇ ਵਿੱਚ ਕਹਿੰਦੇ ਪੀਲਾ ਦੁਪੱਟਾ ਪਾਇਆ ਹੋਇਆ ਹੈ। ਭੂਖਨ ਭੂਖਤ ਹੈ ਤਨ ਮੈਂ ਕਰ ਛਾਪਛ ਲਾਇਨ ਸੋ ਰੰਗਨਾ। ਇਸੇ ਤਰ੍ਹਾਂ ਕਹਿੰਦੇ ਅਨੇਕਾਂ ਪ੍ਰਕਾਰਾਂ ਦੇ ਹਾਰ ਸ਼ਿੰਗਾਰ ਦੇ ਗਹਿਣੇ ਜਿਹੜੇ ਨੇ ਉਹ ਬਹੁਤ ਸ਼ੋਭਾ ਪਾ ਰਹੇ ਹਨ। ਸੀਸ ਬਤਾ ਸਿਰ ਪੇਚ ਫਬੈ ਸ਼ਬ ਚਾਰ ਬਿਲੋਕਤ ਹੈ ਅੰਗਨਾ। ਤੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਦੇ ਉੱਤੇ ਸਿਰ ਪੇਚ ਦਾ ਭਾਵ ਹੈ ਪਗੜੀ, ਦਸਤਾਰ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਦੇ ਉੱਤੇ ਕਹਿੰਦੇ ਜਿਹੜੀ ਦਸਤਾਰ ਸਜਾਈ ਹੋਈ ਹੈ ਨਾ, ਉਹ ਵੀ ਬਹੁਤ ਫਬ ਰਹੀ ਹੈ, ਬਹੁਤ ਸ਼ੋਭਾ ਪਾ ਰਹੀ ਹੈ। ਇਸੇ ਤਰ੍ਹਾਂ ਕਹਿੰਦੇ ਸਾਰੇ ਲੋਕ ਇਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਹੋ ਜਿਹੇ ਸਰੂਪ ਨੂੰ ਖੜ ਖੜ ਕੇ ਵੇਖਦੇ ਹਨ। ਰੂਪ ਮਕੰਦਨ ਆਨੰਦ ਕੇ ਕੰਦ ਬਣਿਓ ਮੁਖ ਚੰਦ ਕਲੰਕ ਬਿਨਾ। ਇਸੇ ਤਰ੍ਹਾਂ ਕਹਿੰਦੇ ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਮੁਖੜਾ ਹੈ ਨਾ, ਚੰਦ ਵਾਂਗ ਸੁੰਦਰ ਲੱਗ ਰਿਹਾ ਹੈ। ਸਾਰੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਦੇਖ ਕੇ ਮੋਹਿਤ ਹੋ ਜਾਂਦੇ ਹਨ।
ਭਰੀ ਸੁੰਦਰਤਾ ਬਹੁ ਸੀਸ, ਕਿਰਟ ਸੁਹਾਵਤ ਲਾਲ ਤੁਨੀ ਸੋਹਰੀ। ਇਸੇ ਤਰ੍ਹਾਂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਜਿਹੜਾ ਇਹ ਸਿਰ ਦੇ ਉੱਤੇ ਦਸਤਾਰ ਸਜਾਈ ਹੋਈ ਨਾ, ਇਹ ਜਿਹੜਾ ਮੁਕਟ ਹੈ, ਇਹ ਜਿਹੜਾ ਤਾਜ ਹੈ, ਕਹਿੰਦੇ ਇਸ ਦੇ ਉੱਤੇ ਵੀ ਅਨੇਕਾਂ ਤਰ੍ਹਾਂ ਦੇ ਹੀਰੇ ਜੜੇ ਹੋਏ ਨੇ, ਅਨੇਕਾਂ ਤਰ੍ਹਾਂ ਦੇ ਹਾਰ ਸ਼ਿੰਗਾਰ ਦੇ ਜਿਹੜੇ ਨੇ ਨਗ ਜੜੇ ਹੋਏ ਨੇ। ਇਸੇ ਤਰ੍ਹਾਂ ਕਹਿੰਦੇ ਦਸਤਾਰ ਵੀ ਪੂਰੀ ਸ਼ੋਭਾ ਪਾ ਰਹੀ ਹੈ। ਹਰੀ ਲੋਕਨ ਬੁੱਤ ਬਿਲੋਕਤ ਆਨਨ ਲੋਚਨ ਢੀਠ ਕਹੂੰ ਨਟਨੀ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਹੋ ਜਿਹਾ ਪ੍ਰਤਾਪ ਦੇਖ ਕੇ ਜਿਹੜੇ ਲੋਕ ਰਸਤੇ ਦੇ ਵਿੱਚੋਂ ਲੰਘ ਰਹੇ ਨੇ ਨਾ, ਜਾਂ ਜਿੰਨੇ ਵੀ ਰਿਸ਼ਤੇਦਾਰ ਇਕੱਠੇ ਹੋਏ ਨੇ, ਸਾਰੇ ਦੇ ਸਾਰੇ ਰਿਸ਼ਤੇਦਾਰ ਕਹਿੰਦੇ ਆਪਣੀ ਸੁੱਧ ਬੁੱਧ ਖੋ ਬੈਠੇ ਹਨ। ਤਰੀ ਆਪਦ ਤਾ ਨਰ ਕੀ ਸਗਰੀ, ਜਿਨ ਮੂਰਤ ਸੋ ਉਰਮਾਹੇ ਤਰੀ। ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸਾਰੇ ਜੀ ਤੱਕਦੇ ਰਹਿੰਦੇ ਨੇ। ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਆਖਦੇ ਨੇ ਕਿ ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਦੇ ਵਿੱਚ, ਆਪਣੇ ਮਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਨੂੰ ਵਸਾ ਲਿਆ ਨਾ, ਉਹ ਫਿਰ ਮੁਕਤ ਹੋ ਗਏ। ਉਹਨਾਂ ਦੇ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਕਾਰਾਂ ਦੇ ਬੰਧਨ ਨਹੀਂ ਰਹੇ, ਉਹ ਵਿਕਾਰਾਂ ਤੋਂ ਆਜ਼ਾਦ ਹੋ ਗਏ, ਬੰਧਨਾਂ ਤੋਂ ਉਹਨਾਂ ਦਾ ਛੁਟਕਾਰਾ ਹੋ ਗਿਆ। ਉਹਨਾਂ ਦੇ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਹੁਣ ਵਿਪਤਾਵਾਂ ਮੁਸੀਬਤਾਂ ਨਹੀਂ ਰਹੀਆਂ। ਤਰੀ ਅੰਗਨ ਮੈਂ ਸੁਖਮਾ ਸੁਖ ਕੀ ਜਗ ਕੋਮਲਤਾ ਬਚ ਬੀਚ ਭਰੀ। ਇਸੇ ਤਰ੍ਹਾਂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਅੰਗਾਂ ਵਿੱਚ ਸੁੱਖਾਂ ਦੀ ਸ਼ੋਭਾ ਭਰਪੂਰ ਹੈ। ਹਰ ਇੱਕ ਚੀਜ਼ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸੀਸ ਦੇ ਉੱਤੇ ਪਹਿਨੀ ਹੋਈ ਹੈ ਨਾ, ਉਹ ਸ਼ੋਭਾ ਪਾ ਰਹੀ ਹੈ। ਉਸ ਚੀਜ਼ ਦਾ, ਉਸ ਹਾਰ ਸ਼ਿੰਗਾਰ ਦੇ ਗਹਿਣਿਆਂ ਦਾ, ਉਹਨਾਂ ਵਸਤਰਾਂ ਦੀ ਵੀ ਸ਼ੋਭਾ ਕਿਹੜੀ ਹੈ, ਕਹਿੰਦੇ ਨੇ ਵੀ ਉਹ ਭਰਪੂਰ ਹੋ ਗਈ, ਵੱਧ ਗਈ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਦਾ ਚਿੱਤਰਨ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਆਪਣੀ ਕਲਮ ਦੇ ਨਾਲ ਕਰਦੇ ਨੇ। ਇੱਥੋਂ ਤੱਕ ਦੀਆਂ ਵਿਚਾਰਾਂ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਸਰਵਣ ਕਰ ਚੁੱਕੇ ਹਾਂ। ਆਓ ਕੁਝ ਕੁ ਵਿਚਾਰਾਂ ਅੱਜ ਦੇ ਇਤਿਹਾਸਕ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਵਿਚਾਰਾਂ ਕਰਨ ਦਾ ਯਤਨ ਕਰਦੇ ਹਾਂ। ਜਿਵੇਂ ਆਪ ਸਭ ਜਾਣਦੇ ਹੋ ਕਿ ਅੱਜ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। ਕੁਝ ਕੁ ਵਿਚਾਰਾਂ ਭਾਈ ਮਨੀ ਸਿੰਘ ਜੀ ਦੇ ਜੀਵਨ ਦੇ ਬਾਬਤ ਵੀ ਅਸੀਂ ਕਰਦੇ ਹਾਂ, ਕਿਉਂਕਿ ਅੱਜ ਦੇ ਹਾਲਾਤਾਂ ਨੂੰ ਦੇਖਦੇ ਹਾਂ ਇਹ ਵਿਚਾਰਾਂ ਕਰਨੀਆਂ ਵੀ ਬਹੁਤ ਜ਼ਰੂਰੀ ਨੇ। ਜੇਕਰ ਭਾਈ ਮਨੀ ਸਿੰਘ ਜੀ ਦੇ ਜੀਵਨ ਦੀ ਗੱਲ ਕਰੀਏ, ਮੈਂ ਕੁਝ ਕੁ ਪੱਖ ਆਪ ਜੀਆਂ ਦੇ ਨਾਲ ਸਾਂਝੇ ਕਰਾਂਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਮਾਂ ਆਉਂਦਾ ਹੈ। ਅਸੀਂ ਆਮ ਤੌਰ ਦੇ ਉੱਤੇ ਜਾਣਦੇ ਹਾਂ ਕਿ 1699 ਈਸਵੀ ਨੂੰ ਖਾਲਸਾ ਪੰਥ ਦੀ ਸਾਜਨਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੀਤੀ ਹੈ। ਜਿੰਨਾ ਵੀ ਕਾਰਜਕਾਰ ਉਸ ਸਮੇਂ ਖਾਲਸਾ ਪੰਥ ਦੀ ਸਾਜਨਾ ਸਮੇਂ ਹੋਇਆ, ਜਾਂ ਜੋ ਕੁਝ ਵੀ ਪ੍ਰਬੰਧ ਕੀਤੇ ਗਏ ਸਨ, ਉਹਨਾਂ ਸਮੇਂ ਜਿਹੜੇ ਪ੍ਰਬੰਧ ਕਰਨ ਵਾਲੇ ਮੁੱਖ ਪ੍ਰਬੰਧਕ ਸਨ, ਉਹਨਾਂ ਦੇ ਵਿੱਚ ਹੀ ਭਾਈ ਮਨੀ ਸਿੰਘ ਜੀ ਦੀ ਸੇਵਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੱਲੋਂ ਲਗਾਈ ਹੋਈ ਸੀ। ਜਿਵੇਂ ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਕੇਸਗੜ੍ਹ ਦੀ ਧਰਤੀ ਦੇ ਉੱਤੇ ਅਨੰਦਪੁਰ ਸਾਹਿਬ ਵਿਖੇ ਪਹੁੰਚਦੀਆਂ ਨੇ ਇਸ ਖਾਲਸਾ ਸਾਜਨਾ ਦਿਵਸ ਦੇ ਮੌਕੇ ਦੇ ਉੱਤੇ, ਤਾਂ ਮਾਝੇ ਦੀ ਧਰਤੀ ਦੇ ਉੱਤੋਂ ਵੀ ਕੁਝ ਸਿੱਖ ਸੰਗਤਾਂ ਚੱਲ ਕੇ ਪਹੁੰਚਦੀਆਂ ਨੇ ਤੇ ਜਾ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਫਰਿਆਦ ਕਰਦੀਆਂ ਨੇ ਕਿ ਹੇ ਪਾਤਸ਼ਾਹ ਜੀ, ਕਿ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅਤੇ ਧੰਨ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੱਲੋਂ ਜਿਹੜਾ ਸ਼ਹਿਰ ਵਸਾਇਆ ਗਿਆ, ਜਿੱਥੇ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਗਈ, ਜਿੱਥੇ ਦਰਬਾਰ ਸਾਹਿਬ ਜੀ ਦਾ ਨਿਰਮਾਣ ਕੀਤਾ ਗਿਆ, ਉਸ ਦੇ ਪ੍ਰਬੰਧ ਦੇ ਵਾਸਤੇ ਕਿਸੇ ਸਿੱਖ ਦਾ, ਸੂਝਵਾਨ ਵੀਰ ਦਾ ਪ੍ਰਬੰਧ ਕੀਤਾ ਜਾਵੇ, ਕਿਸੇ ਵਿਦਵਾਨ ਦਾ ਉਸ ਨੂੰ ਕਾਰਜਕਾਲ ਸੌਂਪਿਆ ਜਾਵੇ, ਉਸ ਦੀ ਸੇਵਾ ਸੰਭਾਲ ਸੌਂਪੀ ਜਾਵੇ। ਤਾਂ ਇਹਨਾਂ ਸੰਗਤਾਂ ਦੀ ਬੇਨਤੀ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਦਰਬਾਰ ਸਾਹਿਬ ਜੀ ਦਾ ਹੈੱਡ ਗ੍ਰੰਥੀ ਨਿਯੁਕਤ ਕਰਕੇ ਭੇਜਿਆ ਸੀ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਤੋਂ ਬਾਅਦ ਭਾਈ ਮਨੀ ਸਿੰਘ ਜੀ ਪੂਰਨ ਮਰਿਆਦਾ ਦੇ ਅਨੁਸਾਰ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਥਾਪੇ ਗਏ ਸਨ ਤੇ ਨਾਲ ਹੀ ਨਾਲ ਅਕਾਲ ਤਖਤ ਸਾਹਿਬ ਜੀ ਦਾ ਸਾਰਾ ਪ੍ਰਬੰਧ ਹੀ ਭਾਈ ਮਨੀ ਸਿੰਘ ਜੀ ਨੂੰ ਸੌਂਪਿਆ ਗਿਆ। ਅਸੀਂ ਦੇਖਦੇ ਹਾਂ ਕਿ ਭਾਈ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਵੀ ਸਾਡੀ ਕੌਮ ਦੇ ਵਿੱਚ ਕੁਝ ਕੁ ਚੁਣੌਤੀਆਂ ਪੈਦਾ ਹੋ ਗਈਆਂ, ਕੁਝ ਕੁ ਮਤਭੇਦ ਪੈਦਾ ਹੋ ਗਏ, ਤੇ ਪਰ ਭਾਈ ਮਨੀ ਸਿੰਘ ਜੀ ਦੀ ਸੂਝ-ਬੂਝ ਦੇ ਨਾਲ ਇਹ ਮਤਭੇਦ ਟਾਲੇ ਗਏ। ਸਾਰੇ ਮਤਭੇਦ ਦਾ ਹੱਲ ਭਾਈ ਮਨੀ ਸਿੰਘ ਜੀ ਨੇ ਕੀਤਾ। ਭਾਈ ਮਨੀ ਸਿੰਘ ਜੀ ਇਹੋ ਜਿਹੇ ਵਿਦਵਾਨ ਸਨ ਕਿ ਜਿੱਥੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਮੇਂ ਦੇ ਵਿੱਚ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ
ਭਾਈ ਗੁਰਦਾਸ ਜੀ ਦੀ ਸੇਵਾ ਲਾਈ ਸੀ ਕਿ ਇਸ ਬੀੜ ਦੀ ਸੰਪੂਰਨਤਾ ਦੀ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਨੂੰ ਸੌਂਪੀ ਸੀ। ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੇਲੇ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਦਰਜ ਕੀਤੀ ਗਈ ਤਾਂ ਭਾਈ ਮਨੀ ਸਿੰਘ ਜੀ ਨੂੰ ਇਹ ਸੇਵਾ ਸੌਂਪੀ ਗਈ ਸੀ। ਭਾਈ ਮਨੀ ਸਿੰਘ ਜੀ ਨੇ ਆਪਣੀ ਕਲਮ ਦੇ ਨਾਲ, ਆਪਣੇ ਹੱਥਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅਨੇਕਾਂ ਸਰੂਪ ਤਿਆਰ ਕੀਤੇ ਸਨ। ਭਾਈ ਮਨੀ ਸਿੰਘ ਜੀ ਦੁਆਰਾ ਤਿਆਰ ਕੀਤੇ ਗਏ ਸਰੂਪ ਦੇ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 1708 ਈਸਵੀ ਦੇ ਵਿੱਚ ਗੁਰਤਾ ਗੱਦੀ ਦਿੱਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ। ਤੇ ਇਸੇ ਤਰ੍ਹਾਂ ਭਾਈ ਮਨੀ ਸਿੰਘ ਜੀ ਦੇ ਅਨੇਕਾਂ ਪਰ ਉਪਕਾਰ ਸਾਡੀ ਕੌਮ ਦੇ ਵਿੱਚ ਨੇ। ਸਮਾਂ ਆਇਆ, ਸ਼ਹੀਦੀ ਦਾ ਕਾਰਨ ਕੀ ਬਣਿਆ, ਇਸ ਪੱਖ ਦੇ ਉੱਤੇ ਵੀ ਥੋੜੀ ਜਿਹੀ ਝਾਤ ਮਾਰ ਲਈਏ। ਜ਼ਕਰੀਆ ਖਾਨ ਨੇ ਸਮੇਂ ਜਿੱਥੇ ਅਸੀਂ ਜਾਣਦੇ ਹਾਂ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪੈ ਗਏ ਨੇ, ਸਿੱਖ ਇੱਕ ਥਾਂ ਦੇ ਉੱਤੇ ਇਕੱਠੇ ਨਹੀਂ ਰਹਿ ਸਕਦੇ। ਕੋਈ ਜੰਗਲਾਂ ਵੇਲਿਆਂ ਦੇ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰ ਰਿਹਾ, ਕੋਈ ਪਹਾੜਾਂ ਦੇ ਵਿੱਚ ਜਾ ਕੇ ਛੁਪ ਕੇ ਆਪਣਾ ਗੁਜ਼ਾਰਾ ਕਰ ਰਿਹਾ। ਤੇ ਇਸੇ ਤਰ੍ਹਾਂ ਦੇਖਿਆ ਗਿਆ ਕਿ ਭਾਈ ਮਨੀ ਸਿੰਘ ਜੀ ਨੇ ਦੇਖਿਆ ਕਿ ਬਹੁਤ ਲੰਬੇ ਸਮੇਂ ਤੋਂ ਸਿੱਖ ਜਥੇਬੰਦੀਆਂ ਇਕੱਠੇ ਹੋ ਕੇ ਦਰਬਾਰ ਸਾਹਿਬ ਵਿਖੇ ਜਿਹੜੇ ਦੋ ਕੌਮੀ ਤਿਉਹਾਰ ਮਨਾਏ ਜਾਂਦੇ ਸਨ, ਦੀਵਾਲੀ ਤੇ ਵਿਸਾਖੀ, ਉਹ ਤਿਉਹਾਰ ਵੀ ਨਹੀਂ ਮਨਾਏ ਗਏ। ਜ਼ਕਰੀਆ ਖਾਂ ਦੇ ਕੋਲੋਂ ਆਗਿਆ ਲਈ ਗਈ, ਮਨਜ਼ੂਰੀ ਲਈ ਗਈ। ਜ਼ਕਰੀਆ ਖਾਂ ਨੇ ਆਖਿਆ ਵੀ ਅਸੀਂ ਕੁਝ ਕੁ ਨਕਦ ਰਾਸ਼ੀ ਲਵਾਂਗੇ, ਤੁਸੀਂ ਆਪਣਾ ਜੋ ਵੀ ਕਾਰ ਵਿਹਾਰ ਕਰਨਾ ਕਰ ਲੈਣਾ। ਭਾਈ ਜ਼ਕਰੀਆ ਖਾਂ ਦੀ ਜਿਹੜੀ ਮਨਸਾ ਸੀ ਨਾ, ਮਨ ਦੇ ਵਿੱਚ ਵਿਚਾਰ ਚੱਲਦੀ ਸੀ, ਉਹ ਇਹ ਸੀ ਵੀ ਜਿੱਥੇ ਮੈਂ ਸਿੱਖਾਂ ਨੂੰ ਲੱਭ ਕੇ ਮਾਰ ਰਿਹਾ, ਖਤਮ ਕਰ ਰਿਹਾ, ਇਹ ਆਪ ਇਕੱਠੇ ਹੋ ਰਹੇ ਨੇ, ਇਹਨਾਂ ਦੇ ਉੱਤੇ ਹਮਲਾ ਕਰਕੇ ਮੈਂ ਇਹਨਾਂ ਨੂੰ ਇੱਥੇ ਹੀ ਖਤਮ ਕਰ ਦੇਵਾਂਗਾ। ਜਦੋਂ ਭਾਈ ਮਨੀ ਸਿੰਘ ਜੀ ਨੂੰ ਇਹ ਸਾਰਾ ਕੁਝ ਪਤਾ ਲੱਗਾ ਤਾਂ ਵਾਪਸ ਸਿੱਖ ਸੰਗਤਾਂ ਦੇ ਕੋਲ ਚਿੱਠੀਆਂ ਭੇਜੀਆਂ ਗਈਆਂ ਵੀ ਭਾਈ ਤੁਸੀਂ ਇਸ ਦੀਵਾਲੀ ਦੇ ਮੌਕੇ ਦਰਬਾਰ ਸਾਹਿਬ ਨਾ ਪਹੁੰਚਿਓ, ਜ਼ਕਰੀਆ ਖਾਂ ਦਾ ਜਿਹੜਾ ਮਨ ਹੈ ਉਹ ਡੋਲਿਆ ਹੋਇਆ। ਤੇ ਬਾਅਦ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਜਿਹੜੀ ਰਾਸ਼ੀ ਮੁਕਰਰ ਕੀਤੀ ਗਈ ਸੀ ਉਹ ਰਾਸ਼ੀ ਮੰਗੀ ਗਈ। ਤਾਂ ਭਾਈ ਮਨੀ ਸਿੰਘ ਜੀ ਨੇ ਆਖਿਆ ਵੀ ਜਦ ਸਾਡਾ ਜਿਹੜਾ ਪ੍ਰਬੰਧ ਉਲੀਕਿਆ ਗਿਆ ਸੀ, ਪ੍ਰੋਗਰਾਮ ਉਲੀਕੇ ਗਏ ਸਨ, ਤੇ ਉਸ ਵਾਸਤੇ ਅਸੀਂ ਇਕੱਠੇ ਨਹੀਂ ਹੋ ਸਕੇ ਤਾਂ ਤੁਸੀਂ ਰਾਸ਼ੀ ਕਿਸ ਗੱਲ ਦੀ ਮੰਗਦੇ ਹੋ। ਤਾਂ ਕੁਝ ਕੁ ਵਿੱਚ ਵਿਚੋਲੇ ਪੈ ਕੇ ਇਹ ਮਸਲਾ ਟਾਲ ਦਿੱਤਾ ਗਿਆ ਤੇ ਦੁਬਾਰਾ ਵਿਸਾਖੀ ਦਾ ਤਿਉਹਾਰ ਮਨਾਉਣ ਦੇ ਲਈ ਉਹਨਾਂ ਨੂੰ ਆਗਿਆ ਦੇ ਦਿੱਤੀ ਗਈ, ਮਨਜ਼ੂਰੀ ਦੇ ਦਿੱਤੀ ਗਈ। ਦੁਬਾਰਾ ਫਿਰ ਉਹੀ ਜ਼ਕਰੀਆ ਖਾਂ ਦੀ ਜਿਹੜੀ ਮਨਸਾ ਸੀ ਉਹ ਫਿਰ ਉਹ ਜੀ ਸੀ, ਉਸ ਦੇ ਵਿਚਾਰ ਉਹੀ ਸਨ ਵੀ ਸਿੱਖ ਇਕੱਠੇ ਹੋਣਗੇ, ਇਹਨਾਂ ਨੂੰ ਰਲ ਮਿਲ ਕੇ ਇਕੱਠੇ ਹੋ ਕੇ ਇਹਨਾਂ ਦੇ ਉੱਤੇ ਹਮਲਾ ਕਰਕੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇਗਾ। ਪਰ ਭਾਈ ਮਨੀ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਦਰਬਾਰ ਸਾਹਿਬ ਆਉਣ ਤੋਂ ਕੁਝ ਸਮੇਂ ਦੇ ਲਈ ਉਹਨਾਂ ਨੂੰ ਟਾਲਿਆ ਗਿਆ। ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਆਖਿਆ ਗਿਆ ਵੀ ਮੁਕਰਰ ਕੀਤੀ ਹੋਈ ਰਾਸ਼ੀ ਸਾਡੇ ਤੱਕ ਪਹੁੰਚਦੀ ਕਰੋ ਜਾਂ ਆਪਣਾ ਧਰਮ ਤਬਦੀਲ ਕਰ ਲਓ, ਨਹੀਂ ਤਾਂ ਤੁਹਾਨੂੰ ਕਤਲ ਕਰ ਦਿੱਤਾ ਜਾਵੇਗਾ। ਇਤਿਹਾਸਕਾਰ ਲਿਖਦੇ ਨੇ ਕਿ ਨਾ ਹੀ ਭਾਈ ਮਨੀ ਸਿੰਘ ਜੀ ਨੇ ਉਹ ਨਗਦ ਰਾਸ਼ੀ ਦੇਣੀ ਚਾਹੀ, ਨਾ ਹੀ ਆਪਣਾ ਧਰਮ ਪਰਿਵਰਤਨ ਕੀਤਾ ਤੇ ਆਪਣਾ ਬਲੀਦਾਨ ਦੇਣਾ ਮਨਜ਼ੂਰ ਕਰ ਲਿਆ। ਤੇ ਭਾਈ ਮਨੀ ਸਿੰਘ ਜੀ ਦਾ ਬੰਦ ਕੱਟ ਕੇ ਲਾਹੌਰ ਦੀ ਧਰਤੀ ਦੇ ਉੱਤੇ ਨਖਾਸ ਚੌਂਕ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅੱਜ ਦੇ ਦਿਨ ਇਸ ਮਹਾਨ ਵਿਦਵਾਨ ਯੋਧੇ ਜਿਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਸੈਂਕੜੇ ਜੀ ਸ਼ਹੀਦ ਹੋਏ ਨੇ, ਇਤਿਹਾਸਕਾਰਾਂ ਨੇ 100 ਤੋਂ ਵੱਧ ਗਿਣਤੀ ਲਿਖੀ ਹੈ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਜਿਹੜੇ ਜੀ ਸ਼ਹੀਦ ਹੋਏ ਨੇ। ਸਾਡੇ ਕੋਲ ਉਹਨਾਂ ਦੇ ਨਾਮ ਵੀ ਨਹੀਂ ਯਾਦ ਰੱਖ ਹੁੰਦੇ। ਇਹੋ ਜਿਹੇ ਮਹਾਨ ਯੋਧੇ ਸਨ ਭਾਈ ਮਨੀ ਸਿੰਘ ਜੀ, ਜਿਨ੍ਹਾਂ ਨੇ ਗ੍ਰੰਥੀ ਸਿੰਘ ਦੀ ਵੀ ਸੇਵਾ ਨਿਭਾਲੀ। ਅੱਜ ਦੇ ਸਮੇਂ ਦੇ ਵਿੱਚ ਸਾਡੇ ਵਰਗੇ ਪ੍ਰਚਾਰਕਾਂ ਨੂੰ ਵੀ ਲੋੜ ਹੈ ਕਿ ਇਹੋ ਜਿਹੇ ਮਹਾਨ ਸ਼ਖਸੀਅਤਾਂ ਦੇ ਕਿਰਦਾਰ ਦੇ ਵਿੱਚ ਉਹ ਆਪਣੇ ਜੀਵਨ ਦੇ ਵਿੱਚ ਵੀ ਕੁਝ ਚੰਗੇ ਗੁਣ ਜਿਹੜੇ ਨੇ ਉਹ ਭਰਨ ਦਾ ਯਤਨ ਕਰਨ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।